ਸਤਿ ਸ਼੍ਰੀ ਅਕਾਲ ਬੱਚਿਓ। ਅੱਜ ਦੇ ਇਸ ਲੈਸਨ ਦੇ ਵਿੱਚ ਅਸੀਂ ਪ੍ਰਯੋਗਿਕ ਜਿਓਮੈਟਰੀ ਮੀਨਸ ਪ੍ਰੈਕਟੀਕਲ ਜਿਓਮੈਟਰੀ ਬਾਰੇ ਪੜਾਂਗੇ। ਤੁਸੀਂ ਪਹਿਲੇ ਲੈਸਨ ਦੇ ਵਿੱਚ ਸਿੱਖ ਚੁੱਕੇ ਹੋ ਕਿ ਅਸੀਂ ਵੱਖ-ਵੱਖ ਕੁਆਡਰੀਲੇਟਰਲਸ ਵੱਖ-ਵੱਖ ਚਤੁਰਭੁਜ ਕਿਵੇਂ ਬਣਾ ਸਕਦੇ ਹਾਂ। ਤਾਂ ਇਸ ਲੈਸਨ ਦੇ ਵਿੱਚ ਅਸੀਂ ਸਿੱਖਾਂਗੇ ਕਿ ਅਸੀਂ ਤਿੰਨ ਭੁਜਾਵਾਂ ਤੇ ਦੋ ਕੋਣਾਂ ਦੀ ਸਹਾਇਤਾ ਨਾਲ ਕਿਵੇਂ ਚਤੁਰਭੁਜ ਜੋ ਹੈ ਬਣਾ ਸਕਦੇ ਹਾਂ। मीन्स जे सानू 3 साइड्स और 2 एंगल्स गिवन होन तो ਅਸੀਂ ਉਸ ਕੁਆਡਰੀਲੇਟਰ ਨੂੰ ਕਿਵੇਂ ਕੰਸਟਰਕਟ ਕਰ ਸਕਦੇ ਹਾਂ। ਤਾਂ ਚਲੋ ਆਓ ਸਿੱਖੀਏ। ਬੱਚਿਓ ਸਾਡਾ ਪਹਿਲਾ ਪ੍ਰਸ਼ਨ ਹੈ ਕਿ ਅਸੀਂ ਇੱਕ ਚਤੁਰਭੁਜ ABCD ਦੀ ਰਚਨਾ ਕਰਨੀ ਹੈ ਜਿੱਥੇ AB ਬਰਾਬਰ 4 ਸੈਂਟੀਮੀਟਰ ਹੈ, BC ਬਰਾਬਰ 5 ਸੈਂਟੀਮੀਟਰ ਹੈ ਤੇ ਸਾਡੀ ਤੀਸਰੀ ਭੁਜਾ CD ਬਰਾਬਰ 6.5 ਸੈਂਟੀਮੀਟਰ ਹੈ ਤੇ ਕੋਣ B ਬਰਾਬਰ 105 ਡਿਗਰੀ ਹੈ ਤੇ ਕੋਣ C 80 ਡਿਗਰੀ ਹੈ। ਇੱਥੇ ਸਾਡੇ ਕੋਲ 5 ਵਿਲੱਖਣ ਮਾਪ ਹਨ ਤਾਂ ਹੁਣ ਅਸੀਂ ਇਸ ਅਨੁਸਾਰ ਜੋ ਹੈ ਆਪਣਾ ਕੁਆਡਰੀਲੇਟਰ ਕੰਸਟਰਕਟ ਕਰਨਾ ਹੈ। ਤਾਂ ਸਭ ਤੋਂ ਪਹਿਲਾਂ ਅਸੀਂ ਕੀ ਲਿਖਣਾ ਹੈ ਇਹਦੇ ਰਚਨਾ ਦੇ ਭਾਗ ਯਾਨੀ ਕਿ ਸਟੈਪਸ ਆਫ ਕੰਸਟਰਕਸ਼ਨ। ਤਾਂ ਜਦ ਅਸੀਂ ਸਟੈਪਸ ਆਫ ਕੰਸਟਰਕਸ਼ਨ ਲਿਖਾਂਗੇ ਤਾਂ ਸਭ ਤੋਂ ਪਹਿਲਾ ਜੋ ਹੈ ਸਟੈਪ ਆਫ ਕੰਸਟਰਕਸ਼ਨ ਉਹ ਕੀ ਹੋਏਗਾ ਕਿ ਅਸੀਂ ਇੱਕ ਰਫ ਚਤੁਰਭੁਜ ਜੋ ਹੈ ਉਹ ਬਣਾਵਾਂਗੇ। ਰਫ ਚਤੁਰਭੁਜ ਬਣਾਓ ਅਤੇ ਜੋ ਸਾਨੂੰ ਮਾਪ ਦੇ ਰੱਖੇ ਹਨ ਉਹ ਲਿਖੋ, ਦਿੱਤੇ ਮਾਪ ਲਿਖੋ। ਤਾਂ ਹੁਣ ਅਸੀਂ ਕੀ ਕਰਨਾ ਹੈ ਕਿ ਅਸੀਂ ਇੱਕ ਆਪਣਾ ਰਫ ਚਤੁਰਭੁਜ ਬਣਾਵਾਂਗੇ। ਤਾਂ ਦੇਖੋ ਮੈਂ ਇੱਥੇ ਸਕੇਲ ਔਰ ਚੌਕ ਦੀ ਹੈਲਪ ਨਾਲ ਜੋ ਹੈ ਇੱਕ ਰਫ ਡਾਇਗਰਾਮ ਆਪਣਾ ਕੰਸਟਰਕਟ ਕਰ ਦਾਂਗੇ। ਤਾਂ ਰਫ ਡਾਇਗਰਾਮ ਅਸੀਂ ਕੀ ਕਰਾਂਗੇ, ਸਾਨੂੰ ਪਤਾ ਹੈ ਕਿ ਚਤੁਰਭੁਜ ਦੇ ਵਿੱਚ 4 ਭੁਜਾਵਾਂ ਹੁੰਦੀਆਂ ਹਨ ਤਾਂ ਉਸ ਅਕੋਰਡਿੰਗ ਹੀ ਮੈਂ ਜੋ ਹੈ ਇੱਕ ਡਾਇਗਰਾਮ ਦੇ ਵਿੱਚ 4 ਸਾਈਡਸ ਲੈ ਕੇ ਤੇ ਇੱਕ ਕਲੋਜ਼ ਫਿਗਰ ਬਣਾਵਾਂਗੀ ਤਾਂ ਕਿ ਮੇਰੇ ਕੋਲ ਇੱਕ ਕੁਆਡਰੀਲੇਟਰ ਆ ਜਾਏ। ਹੁਣ ਇਸ ਕੁਆਡਰੀਲੇਟਰ ਦੇ 4 ਵਰਟਿਸਸ ਹਨ ਤਾਂ ਹੁਣ ਇਹ 4 ਵਰਟਿਸਸ ਨੂੰ ਅਸੀਂ ਨੇਮ ਕਰ ਦਾਂਗੇ। ਜਿਵੇਂ ਮੈਂ ਇੱਥੇ ਲਿਖਤਾ AB, ਨਾਓ C ਇੱਥੇ ਆਏਗਾ ਤੇ D ਇੱਧਰ ਆਏਗਾ। ਜਿਵੇਂ ਤੁਸੀਂ ਜਾਣਦੇ ਹੋ ਕਿ ਅਸੀਂ ਕਿਸੇ ਵੀ ਚਤੁਰਭੁਜ ਨੂੰ ਕਲੌਕਵਾਈਜ਼ ਜਾਂ ਐਂਟੀ ਕਲੌਕਵਾਈਜ਼ ਨੇਮ ਕਰਦੇ ਹਾਂ। ਤਾਂ ਹੁਣ ਅਸੀਂ ਇਹਦੇ ਤੇ ਆਪਣੇ ਦਿੱਤੇ ਹੋਏ ਮਾਪ ਲਿਖਦੇ ਹਾਂ। ਤਾਂ ਦੇਖੋ AB ਕਿੰਨਾ ਹੈ 4 ਸੈਂਟੀਮੀਟਰ, BC ਜੋ ਹੈ ਉਹ ਸਾਡਾ 5 ਸੈਂਟੀਮੀਟਰ, CD ਜੋ ਹੈ ਉਹ ਕਿੰਨਾ ਦੇ ਰੱਖਿਆ ਹੈ 6.5 ਸੈਂਟੀਮੀਟਰ, ਐਂਗਲ B ਸਾਡੇ ਕੋਲ ਕਿੰਨਾ ਗਿਵਨ ਹੈ 105 ਡਿਗਰੀ ਤੇ ਐਂਗਲ C ਕਿੰਨਾ ਗਿਵਨ ਹੈ 80 ਡਿਗਰੀ। ਤਾਂ ਤੁਸੀਂ ਇੱਥੇ ਦੇਖੋ ਕਿ ਸਾਨੂੰ ਤਿੰਨ ਭੁਜਾਵਾਂ ਤੇ ਦੋ ਕੋਣ ਦੇ ਰੱਖੇ ਹਨ। ਅਸੀਂ ਇਸ ਅਕੋਰਡਿੰਗ ਜੋ ਹੈ ਆਪਣੀ ਰਚਨਾ ਕਰਨੀ ਹੈ। ਤਾਂ ਹੁਣ ਜਿਹੜਾ ਸਾਡਾ ਨੈਕਸਟ ਸਟੈਪ ਆਫ ਕੰਸਟਰਕਸ਼ਨ ਹੋਏਗਾ ਉਹ ਕੀ ਹੈ ਕਿ ਅਸੀਂ ਸਭ ਤੋਂ ਪਹਿਲਾਂ ਇੱਕ ਬੇਸ ਬਣਾਉਣਾ। ਤਾਂ ਬੇਸ ਕੋਈ ਵੀ ਭੁਜਾ ਤੁਸੀਂ ਲੈ ਸਕਦੇ ਹੋ ਬਟ ਮੈਂ ਆਪਣੀ ਕਨਵੀਨੀਅੰਸ ਲਈ ਇੱਥੇ BC ਜੋ ਹੈ ਉਸ ਨੂੰ ਮੈਂ ਆਪਣਾ ਬੇਸ ਲਵਾਂਗੀ। ਤਾਂ ਮੈਂ ਕੀ ਕਹਾਂਗੀ ਕਿ ਫੁੱਟੇ ਦੀ ਸਹਾਇਤਾ यानी कि स्केल की हेल्प नाल जो है मैं एक भुजा BC बराबर 5 सेंटीमीटर खिंचो। ਤਾਂ ਇਹਦੇ ਵਿੱਚ ਜੋ ਹੈ मैं एक लाइन ड्रॉ कर लेनी है BC with the help of scale and pencil। ਤਾਂ ਤੁਸੀਂ भी ट्राई करो। मैं ਹੁਣ ਇੱਕ ਇੱਥੇ ਭੁਜਾ जो है 5 सेंटीमीटर ड्रॉ कर ली है ਤੇ मैं उसਨੂੰ नाम देता है BC। This is one side of quadrilateral and its measure is 5 centimeters। Now the next step is ਜਿਹੜਾ ਹੁਣ ਅਸੀਂ ਅਗਲਾ ਸਟੈਪ ਲੈਣਾ ਹੈ ਉਹ ਕੀ ਹੈ ਕਿ ਜੇ ਅਸੀਂ ਦੇਖੀਏ ਆਪਣੇ ਰਫ ਡਾਇਗਰਾਮ ਦੇ ਵਿੱਚ ਤਾਂ ਉੱਥੇ ਸਾਡੇ ਕੋਲ ਜੋ BC ਭੁਜਾ ਹੈ ਉਹਦੇ ਉੱਤੇ ਦੋ ਕੋਣ ਗਿਵਨ ਹਨ। ਤਾਂ ਅਸੀਂ ਕੀ ਕਰਾਂਗੇ ਕਿ ਜੋ ਬਿੰਦੂ B ਹੈ ਹੁਣ ਉਸ ਉੱਤੇ ਕੋਣ ਮਾਪਕ ਦੀ ਸਹਾਇਤਾ ਨਾਲ, ਕਿਸ ਦੀ ਸਹਾਇਤਾ ਨਾਲ, कोण मापक दी सहायता नाल यानी कि कोण मापक मीन्स साडा प्रोटेक्टर ओदी हेल्प नाल एक एंगल XBC कितना ड्रॉ करांगे, कितना कंस्ट्रक्ट करांगे 105 डिग्रीज बना। अते इसी तरह असी की करना है बिंदु C उत्ते ਉੱਥੇ ਵੀ ਐਂਗਲ ਬਣਾਵਾਂਗੇ ਕਿਹੜਾ YCB = 80 ਡਿਗਰੀਜ਼ ਬਣਾ। ਤਾਂ ਹੁਣ ਦੇਖੋ ਅਸੀਂ ਦੋ ਐਂਗਲਸ ਜੋ ਹੈ ਆਪਣੇ ਕੰਸਟਰਕਟ ਕਰ ਰਹੇ ਹਾਂ। ਤਾਂ ਇਹਦੇ ਲਈ ਅਸੀਂ ਕੀ ਕਰਾਂਗੇ, ਅਸੀਂ ਹੁਣ ਐਂਗਲ ਕੰਸਟਰਕਟ ਕਰਨੇ ਆ ਤਾਂ ਸਾਨੂੰ ਕੀ ਚਾਹੀਦੀ ਹੈ ਸਾਡੀ ਪ੍ਰੋਟੈਕਟਰ। ਤਾਂ ਜੋ ਪ੍ਰੋਟੈਕਟਰ ਹੈ ਉਹਦੇ ਵਿੱਚ ਅਸੀਂ ਕੀ ਕਰਾਂਗੇ ਕਿ ਜੋ ਸਾਡਾ 0 ਹੈ ਉਹ ਅਸੀਂ ਕੋਇਨਸਾਈਡ ਕਰ ਦਾਂਗੇ ਵਿਦ BC ਤੇ ਉਸ ਤੋਂ ਬਾਅਦ ਅਸੀਂ ਪ੍ਰੋਟੈਕਟਰ ਤੇ ਦੇਖਾਂਗੇ ਸਾਡਾ ਜੋ ਹੈ 105 डिग्री का कोण जो है इत्थे आ रहा है ते मैं इत्थे एक पॉइंट मार्क कर लिया है। ते हुण मैं विद द हेल्प ऑफ स्केल एंड पेंसिल जो है मैं एक इस
ਜਿਹੜਾ ਪੁਆਇੰਟ ਸਾਡੇ ਕੋਲ ਆਇਆ ਹੈ ਇਸ ਨੂੰ ਮੈਂ B ਨਾਲ ਜੁਆਇਨ ਕਰਤਾ ਹੈ ਤੇ ਇਸ ਤਰੀਕੇ ਨਾਲ ਜੋ ਸਾਡੇ ਕੋਲ ਐਂਗਲ ਹੈ XBC equals to 105 डिग्रीज जो है वो आ गया है। हुण जो मैं नेक्स्ट स्टेप करना की है कि मैं इसी प्रोटेक्टर की हेल्प नाल जो है एक होर एंगल कंस्ट्रक्ट करना है। कितने डिग्रीज 80 डिग्रीज क्योंकि पॉइंट सी ते होना है तो मैं BC ਨੂੰ कोइंसाइड किया विद 0 तो जो मेरा 80 डिग्रीज है वो एंगल आ रहा है ਇੱਥੇ बिकॉज ਹੁਣ ਸਾਡਾ 0 ਦਾ ਸਕੇਲ ਉੱਪਰ ਹੈ ਤਾਂ ਜਿਵੇਂ ਤੁਹਾਨੂੰ ਪਤਾ ਹੈ ਕਿ ਤੁਸੀਂ ਕਿਵੇਂ ਕੰਸਟਰਕਟ ਕਰਦੇ ਹੋ ਐਂਗਲ ਤਾਂ ਉਸ ਅਕੋਰਡਿੰਗ ਜੋ ਹੈ ਅਸੀਂ ਐਂਗਲ 80 डिग्री जो है वो कंस्ट्रक्ट किया है ਤੇ ਹੁਣ ਜੋ ਹੈ ਵਿਦ ਦ ਹੈਲਪ ਆਫ ਸਕੇਲ ਐਂਡ ਪੈਨਸਿਲ ਜੋ ਅਸੀਂ ਪੁਆਇੰਟ ਮਾਰਕ ਕੀਤਾ ਉਹਨੂੰ C ਵਰਟੈਕਸ ਦੇ ਨਾਲ ਅਸੀਂ ਜੁਆਇਨ ਕਰ ਦੇਣਾ ਹੈ। ਦਿਸ ਇਜ਼ ਆਰ ਐਂਗਲ YCB equals to 80 degrees। now ਹੁਣ ਅਸੀਂ ਆਪਣੇ ਤਿੰਨ ਮਾਪ ਜੋ ਹੈ ਆਲਰੇਡੀ ਇਸ डायग्राम ਦੇ ਵਿੱਚ यूज कर चुके हैं। 5 सेंटीमीटर 2 एंगल्स यूज कर चुके हैं केड़े केड़े 105 डिग्री एंड 80 डिग्रीज। सो हुण जो है साडा नेक्स्ट स्टेप होएगा कि जो साडे बाकी दो माप बच गए सी उन्हां नू किवें इस डायग्राम दे विच कंस्ट्रक्ट करना है। तो ਅਸੀਂ ਕੀ ਕਰਾਂਗੇ कि ਅਸੀਂ जो है बिंदु B नू सेंटर लैके केंद्र मान के ते देखो B तो हुण कितने सेंटीमीटर जे तुसी कोई लाइन खिंच सकते हो वो है 4 सेंटीमीटर ਤਾਂ ਅਸੀਂ ਇਹਨੂੰ ਕਿਵੇਂ ਡਰਾ ਕਰਾਂਗੇ ਚਾਪਾਂ ਲਗਾ ਕੇ ਕੇਂਦਰ ਮੰਨ ਕੇ 4 सेंटीमीटर ਦੀ ਚਾਪ ਲਗਾਓ ਜੋ ਕਿ ਕਿਰਨ ਕਿਸ ਨੂੰ BX ਨੂੰ ਬਿੰਦੂ ਕਿਹਦੇ ਤੇ ਕੱਟੇਗੀ A ਤੇ ਕੱਟਦੀ है। इसे तरह ਹੁਣ ਅਸੀਂ ਨੈਕਸਟ ਵੀ ਦੇਖ ਲੈਂਦੇ ਕਿ ਜਿਹੜੀ ਸਾਡਾ ਨੈਕਸਟ ਹੈ ਜੋ ਸਾਡਾ ਨੈਕਸਟ ਮੈਜਰ ਰਹੇਗਾ ਉਹਨੂੰ ਕਿਵੇਂ ਕਰਨਾ ਹੈ। ਇਸੇ ਤਰ੍ਹਾਂ ਬਿੰਦੂ C ਨੂੰ ਕੇਂਦਰ ਮੰਨ ਕੇ ਤੇ ਅਸੀਂ 6.5 सेंटीमीटर ਦੀ जो है एक चाप लगानी है मतलब एक आंख लगानी है जो कि किरण CY ਨੂੰ ਕਿਹਦੇ ਤੇ ਕੱਟੇਗੀ ਬਿੰਦੂ D ਉੱਤੇ ਕੱਟਦੀ ਹੈ। ਚਲੋ ਹੁਣ ਅਸੀਂ ਇਹਨੂੰ ਆਪਣੀ ਡਾਇਗਰਾਮ ਦੇ ਵਿੱਚ ਕੰਸਟਰਕਟ ਕਰਦੇ ਹਾਂ ਤੇ ਸਾਨੂੰ ਪਤਾ ਹੈ ਕਿ ਅਸੀਂ ਆਰਕਸ ਲਗਾਉਣ ਲਈ ਜਾਂ ਚਾਪਾਂ ਲਗਾਉਣ ਲਈ ਕਿਹਦੀ ਯੂਜ਼ ਕਰਦੇ ਹਾਂ ਅਸੀਂ प्रोटेक्टर का यूज करते हैं। तो असं प्रोटेक्टर यूज करके जो है पहला फर्स्ट है B तो असं 4 सेंटीमीटर की चाप लगानी है आंख लगानी तो मैं अपनी जो है प्रोटेक्टर 4 सेंटीमीटर वाइड ओपन कर ली है B के ऊपर मैं रखूंगी तो मैं एक आंख लगा दूंगी। नाउ दिस पॉइंट जेड़ा ये पॉइंट BX से आया है इसको असं नाम देना है A। इसी तरीके नाल जो है असं 6.5 तक अपनी जो है कंपास जो है वो ओपन करनी है। तो देखो इतने मैं अपनी कंपास जो है 6.5 तक ओपन कर लिया है। तो जो हुण मैं C तो लगाना है जो नेक्स्ट अपनी आंख लगानी है मैं C के ऊपर अपनी कंपास का पॉइंट रखा तो मैं इतने एक आंख ड्रॉ करती है। नाउ दिस आर्क विल मीट CY एट पॉइंट D। तो हुण मेरे को दो पॉइंट्स आ गए हैं C A एंड D। तो हुण मैं इहनू की करना है मेरा नेक्स्ट पॉइंट और प्रोबेबली लास्ट पॉइंट क्या हैगा कि बिंदु C अते सॉरी बिंदु A अते D ਨੂੰ मिलाओ। ਅਸੀਂ विद द हेल्प ऑफ स्केल जो है ਅਸੀਂ जो ਸਾਡੇ ਕੋਲੇ ਪ੍ਰਾਪਤ ਹੋਏ हैं बिंदु A अते D ਅਸੀਂ ਇਹਨਾਂ ਨੂੰ ਕਿਹਦੇ ਨਾਲ ਮਿਲਾ ਦੇਣਾ ਹੈ स्केल ਨਾਲ ਮਿਲਾ ਦੇਣਾ ਹੈ। ਤੁਸੀਂ ਦੇਖੋ ਇੱਥੇ मैं स्केल ਨਾਲ जो है A और D मैं मिला देते हैं। तो हम जो तुसी देखो ध्यान नाल तो ये साडे कोल एक क्वाड्रिलेटर बन चुकी है केड़ी A B C एंड D। तो ये जो साडे कोल आईया सी आर्क से किन्ने किन्ने सेंटीमीटर सी 4 सेंटीमीटर और ये सी 6.5 सेंटीमीटर। सो जो हुण असीं अपने सारे माप सीगे वो यूज कर चुके हैं
ਤਾਂ ਇਹ ਜਿਹੜੀ ਸਾਡੀ ਕੁਆਡਰੀਲੇਟਰਲ ਹੈ ਅਸੀਂ ਕਹਿ ਸਕਦੇ ਹਾਂ ਕਿ ਪ੍ਰਾप्त ਚਤੁਰਭੁਜ ABCD ਲੋੜੀਂਦੀ ਚਤੁਰਭੁਜ ਹੈ। ਤਾਂ ਇਸ ਤਰੀਕੇ ਨਾਲ ਅਸੀਂ with the help of these measures ਅਸੀਂ ਆਪਣੀ ਜਿਹੜੀ ਕੁਆਡਰੀਲੇਟਰਲ ਹੈ ਕੰਸਟਰਕਟ ਕਰ ਲਈ ਹੈ ਔਰ ਇਹ ਸਟੈਪਸ ਆਫ ਕੰਸਟਰਕਸ਼ਨ ਹਨ। ਬੱਚਿਓ ਸਾਡਾ ਦੂਸਰਾ ਪ੍ਰਸ਼ਨ ਹੈ ਕਿ ਅਸੀਂ ਇੱਕ ਚਤੁਰਭੁਜ ਡੀਅਰ ਦੀ ਰਚਨਾ ਕਰਨੀ ਹੈ ਜਿੱਥੇ DE बराबर 4 सेंटीमीटर है, EA बराबर 5 सेंटीमीटर, AR बराबर 4.5 सेंटीमीटर एंड एंगल E जो है 60 डिग्रीज है, एंगल A जो है 90 डिग्रीज है। ਹੁਣ ਇੱਥੇ ਵੀ ਦੇਖੋ ਸਾਡੇ ਕੋਲ ਜੋ 5 ਸਾਡੇ ਕੋਲ ਮੈਜਰਸ ਹਨ ਤਾਂ ਅਸੀਂ ਉਹਦੇ ਅਕੋਰਡਿੰਗ ਹੀ ਜੋ ਹੈ ਇਹ ਰਚਨਾ ਕਰਨੀ ਹੈ। ਤਾਂ ਸਭ ਤੋਂ ਪਹਿਲਾਂ ਅਸੀਂ ਕੀ ਲਿਖਣਾ ਹੈ ਇਹਦੇ ਰਚਨਾ ਦੇ ਭਾਗ। ਐਜ਼ ਯੂਜੂਅਲ ਸਾਡਾ ਫਰਸਟ ਜੋ ਹੈ ਰਚਨਾ ਦਾ ਭਾਗ ਉਹ ਕੀ ਹੋਏਗਾ ਕਿ ਅਸੀਂ ਇੱਕ ਰਫ ਚਤੁਰਭੁਜ ਬਣਾਉਣਾ ਹੈ ਅਤੇ ਜੋ ਹੈ ਉਹਦੇ ਉੱਤੇ ਦਿੱਤੇ ਮਾਪ ਜੋ ਹੈ ਉਹ ਲਿਖ ਦੇਣੇ ਹੈ। ਠੀਕ ਹੈ ਜੀ। ਤਾਂ ਸਾਡਾ ਜੋ ਫਰਸਟ ਸਟੈਪ ਆਫ ਕੰਸਟਰਕਸ਼ਨ ਉਹ ਸੇਮ ਰਹੇਗਾ। ਹੁਣ ਇਹਦੇ ਵਿੱਚ ਅਸੀਂ ਕੀ ਕਰਨਾ ਹੈ, ਹੁਣ ਦੇਖੋ ਮੈਂ ਇੱਥੇ ਇੱਕ ਪੈਨਸਿਲ मैं चौक और स्केल ਨਾਲ ड्रॉ कर रही है तो ਤੁਸੀਂ भी जो है अपने पेंसिल और स्केल ਨਾਲ जो है एक कोई भी कोऑर्डिनेटर ड्रॉ कर सकते हो ਤੇ ਤੁਸੀਂ ਉਹਦੇ ਤੇ ਜੋ ਤੁਹਾਡੇ ਮੇਜਰਸ ਗਿਵਨ ਹੈ ਉਹ ਤੁਸੀਂ ਲਿਖ ਦੇਣੇ। ਤਾਂ ਦੇਖੋ ਇੱਥੇ ਮੈਂ जो है अपनी अकॉर्डिंग कन्वीनियंस के अकॉर्डिंग जो है मैं एक डायग्राम जो है ड्रॉ कर रही हूं। ਹੁਣ ਇਹਨੂੰ ਮੈਂ ਨਾਮ ਦੇਣਾ नेम करना है तो मैं ਇੱਥੋਂ ਹੀ स्टार्ट ਕਰਾਂਗੀ DEA and this is R। ਹੁਣ मैं 4 वर्टिसेस ਨੂੰ नेम करता है इस क्वाड्रिलेटरल ਦੀ। सो ਸਾਡੇ ਕੋਲ जो गिवन मेजर्स है ਉਹ ਮੈਂ ਲਿਖ ਦੇਣੇ ਆ। ਸਾਡੇ ਕੋਲ ਸੌਰੀ ਇੱਥੇ जो है DE कितने सेंटीमीटर दे रखा है 4 सेंटीमीटर, EA कितने सेंटीमीटर दे रखा है 5 सेंटीमीटर, AR कितने दे रखा है 4.5 सेंटीमीटर। ਹੁਣ ਸਾਡੇ ਕੋਲ एंगल्स गिवन है 4 साइड्स हो गया। ਸਾਡੇ ਕੋਲ एंगल गिवन है, एंगल E is equals to 60 डिग्री and एंगल A is equals to 90 डिग्रीज। सो ਹੁਣ ਆਪਾਂ ਨੇ ਕੰਸਟਰਕਟ ਕਰਨਾ ਹੈ ਕੁਆਡਰੀਲੇਟਰ। ਤਾਂ ਕਿਉਂਕਿ ਇਹ ਕੁਆਡਰੀਲੇਟਰ ਦੇ ਵਿੱਚ ਸਾਡੇ ਕੋਲ 3 ਸਾਈਡਸ ਹੈ ਤਾਂ ਅਸੀਂ ਕੋਈ ਵੀ ਸਾਈਡ ਜੋ ਹੈ ਆਪਣੀ ਕਨਵੀਨੀਅੰਸ ਦੇ ਅਕੋਰਡਿੰਗ ਅਸੀਂ ਚੂਜ਼ ਕਰ ਸਕਦੇ ਹਾਂ। ਸੋ ਮੈਂ ਕੀ ਕਰੂੰਗੀ ਹੁਣ ਪਹਿਲਾਂ ਮੈਂ ਸਾਈਡ ਲਵਾਂਗੀ EA। ਸੋ मैं लिखूंगी कि फुटे की सहायता नाल स्केल की हेल्प नाल विद द हेल्प ऑफ स्केल असी की करना है सहायता नाल भुजा जो है EA बराबर 5 सेंटीमीटर बनाओ। तो मैं इस स्टेप ऑफ कंस्ट्रक्शन के अकॉर्डिंग जो है वो अपनी लाइन जो है ड्रॉ करने लगी है। ਤੁਸੀਂ ਦੇਖੋ ਤੁਹਾਡੇ ਕੋਲ ਜੋ ਸਕੇਲ ਹੈ ਤੁਸੀਂ ਉਸ ਨਾਲ ਟਰਾਈ ਕਰ ਸਕਦੇ ਹੋ। ਸੋ ਮੈਂ ਇੱਥੇ ਜੋ ਹੈ EA equals to 5 सेंटीमीटर ड्रॉ कर ली है। सो दिस इज माय EA। जो ਇੱਥੇ ਦੋ एंड्स आए हैं ਅਸੀਂ ਉਸ ਨੂੰ ਨਾਮ ਦਿੱਤਾ है EA। ਇਹ ਕਿੰਨੇ ਸੈਂਟੀਮੀਟਰ ਹੈ 5 सेंटीमीटर। ਸੋ ਸਾਡਾ ਫਰਸਟ ਸਟੈਪ ਆਫ ਕੰਸਟਰਕਸ਼ਨ ਇਹ ਹੈ ਕਿ ਅਸੀਂ रफ डायग्राम ड्रॉ की, सेकेंडली ਅਸੀਂ ਇੱਕ ਸਾਈਡ ਜੋ ਹੈ ਕੰਸਟਰਕਟ ਕਰ ਲਈ ਹੈ। थर्ड जो हैगा वो की होएगा जिवें पिछली बार ਅਸੀਂ ਕਰਿਆ ਸੀਗਾ ਕਿ ਅਸੀਂ ਦੋ ਐਂਗਲਸ ਕੰਸਟਰਕਟ ਕਰੇ ਸੀ ਤਾਂ ਤੁਸੀਂ ਲਿਖੋਗੇ ਬਿੰਦੂ E ਉੱਤੇ ਕੋਣ ਮਾਪਕ ਦੀ ਸਹਾਇਤਾ ਨਾਲ ਜੋ ਹੈ ਤੁਸੀਂ ਕਿੰਨੇ ਡਿਗਰੀ ਦਾ ਐਂਗਲ ਬਣਾਉਣਾ ਹੈ 60 डिग्री ਦਾ। ਉਹਨੂੰ ਅਸੀਂ ਨੇਮ ਦੇ ਦਿੰਦੇ ਹਾਂ XEA equals to 60 डिग्रीज ਬਣਾਓ ਅਤੇ ਇਸੇ ਤਰ੍ਹਾਂ ਜੋ है ਅਸੀਂ बिंदु A उत्ते कोण मापक यानी कि प्रोटेक्टर दी हेल्प नाल विद द हेल्प ऑफ प्रोटेक्टर असी जो है एक एंगल YAE equals to 90 डिग्रीज कंस्ट्रक्ट करांगे। सो साडा थर्ड स्टेप ऑफ कंस्ट्रक्शन के अकॉर्डिंग असी दो एंगल्स कंस्ट्रक्ट करने। सो इत्थे मैं क्या करूंगी कि मैं प्रोटेक्टर लेके EA नु जो है कोइंसाइड कर दूंगी 0 नाल। ते फर्स्ट एंगल जो ਅਸੀਂ E ਦੇ ड्रॉ करना है कितने डिग्रीज है 60 डिग्रीज। सो दिस इज माय 60 डिग्रीज। ਹੁਣ स्केल ਨਾਲ जो मैं पॉइंट ऑब्टेन करिਆ है उसਨੂੰ मैं E ਨਾਲ जॉइन कर देना है। तो ਤੁਸੀਂ ਦੇਖੋ ਇੱਥੇ ਮੈਂ E ਜੋ ਵੀ ਸਾਡੇ ਕੋਲ पॉइंट आया मार्क ਕਰਿਆ ਸੀ ਅਸੀਂ ਤੇ ਅਸੀਂ ਉਹਨੂੰ जॉइन करते हैं। नाउ दिस एंगल XEA is equals to 60 डिग्रीज।
नाउ ਅਸੀਂ ਹੁਣ नेक्स्ट एंगल जो है ड्रॉ करना है। सो मैं फिर ए ई ਨੂੰ ਤੁਸੀਂ ਕਹਿ ਸਕਦੇ ਹੋ ਕਿ मैं कोइंसाइड कर लिया विद 0 डिग्रीज। नाउ मेरा जो एंगल है 90 डिग्रीज वो देखो ਇੱਥੇ आ रहा है, दिस इज माई 90 डिग्री एंगल। सो ਹੁਣ मैं विद द हेल्प ऑफ स्केल जो है ये ज्वाइन कर लेना है। सो दिस इज AE, सॉरी दिस इज AY, ठीक है। किरण जो है साडे कोल प्राप्त हुई है, इसਨੂੰ ਅਸੀਂ ਨਾਮ ਦੇਤਾ AY ਤੇ ਸਾਡੇ ਕੋਲ ਜਿਹੜਾ ਇਹ ਐਂਗਲ ਆਇਆ ਹੈ ਕਿੰਨੇ ਡਿਗਰੀਜ਼ है 90 डिग्रीज। सो ਹੁਣ ਅਸੀਂ ਆਪਣਾ नेक्स्ट स्टेप ऑफ कंस्ट्रक्शन जो है वो कर लिया है। नाउ नेक्स्ट ਹੁਣ ਸਾਨੂੰ ਪਤਾ ਹੈ ਕਿ ਅਸੀਂ ਜਿਹੜੇ ਸਾਡੇ ਦੋ ਬਾਕੀ ਮੈਜਰ ਰਹਿ ਗਏ ਅਸੀਂ ਉਹ ਕੰਸਟਰਕਟ ਕਰਨੇ ਆ। सो फॉर दैट जो है ਅਸੀਂ दोनों बिंदु वारी वारी से बिंदु A ਨੂੰ जो है केंद्र ਮੰਨਣਾ ਹੈ ਤੇ ਅਸੀਂ ਇੱਕ ਚਾਪ ਲਗਾਣੀ ਹੈ ਕਿੰਨੇ ਸੈਂਟੀਮੀਟਰ ਦੀ 4 E ਨੂੰ ਕੇਂਦਰ ਮੰਨਿਆ ਤਾਂ 4 ਸੈਂਟੀਮੀਟਰ ਦੀ ਚਾਪ लगाओ जो कि किरण EX ਨੂੰ बिंदु किधे ते कट्टे D उत्ते कट्टे अते इसी तरह बिंदु जो साडी नेक्स्ट है A, पॉइंट A तो असी जो है एक आर्क लगानी है किन्ने 4.5 सेंटीमीटर दी जो आर्क है वो लगाओ जो कि जो साडी नेक्स्ट रे है केड़ी CY ਨੂੰ बिंदु केड़े ते कट्टे R, साडा R पॉइंट रह गया R उत्ते, ठीक है जी। तो ਅਸੀਂ ਹੁਣ ਇਸ स्टेप ਦੇ अकॉर्डिंग जो है 2 आर्क्स लगा लेने। आर्क्स किदे नाल लगानी हुंदी है ਅਸੀਂ विद द हेल्प ऑफ कंपास। सो फर्स्ट जो है वो ਅਸੀਂ 4 सेंटीमीटर दी आर्क लगानी, तो मैं अपनी जो कंपास है वो 4 सेंटीमीटर वाइड ओपन कर ली है। देखो इथे जो है मेरी कंपास जो है वाइड ओपन हो गया 4 सेंटीमीटर। ई नो मैं हुण केंद्र बनना है और एक चाप लगा देनी है। नाउ दिस इज आवर पॉइंट, केड़ा पॉइंट है साडा डी। इस तरीके नाल ਅਸੀਂ 4.5 सेंटीमीटर जो है अपना कंपास ਨੂੰ ओपन करना है। नाउ नेक्स्ट जो आर्क लगानी है कितने सेंटीमीटर दी है 4.5 सेंटीमीटर दी। तो जो मैं A ਨੂੰ सेंटर बनया एंड नाउ आई विल ड्रॉ एन आर्क जो के कितने कटेगी R कितने कटेगी। सो वी हैव गॉट 2 आर्क्स जो 4 सेंटीमीटर और 5 सेंटीमीटर से सी लगाइया ਹਨ ਸਾਡੇ स्टेप ऑफ कंस्ट्रक्शन ਦੇ अकॉर्डिंग। सो ਸਾਡਾ जो लास्ट स्टेप ऑफ कंस्ट्रक्शन है वो की है कि बिंदु ਸਾਡੇ ਕੋਲ जो ऑब्टेन ਹੋਏ D ਅਤੇ R ਨੂੰ ਮਿਲਾਓ। सो ਹੁਣ ਇਸ स्टेप ਦੇ ਅਕੋਰਡਿੰਗ ਅਸੀਂ D ਅਤੇ R ਨੂੰ ਮਿਲਾਵਾਂਗੇ। सो ਇੱਥੇ ਮੈਂ ਆਪਣੇ ਸਕੇਲ ਦੀ ਹੈਲਪ ਨਾਲ ਜੋ ਹੈ ਉਹ D ਅਤੇ R ਨੂੰ ਦੇਖੋ ਇੱਥੇ ਮਿਲਾ ਰਹੀ ਹਾਂ। दिस इज माई पॉइंट R और इन्हें मैं D ਨਾਲ ਮਿਲਾਤਾ ਹੈ। ਹੁਣ ਇਹ ਸਾਡੇ ਕੋਲ ਇੱਕ 4 ਸਾਈਡਡ ਫਿਗਰ ਜੋ ਹੈ ਉਹ ਮਿਲ ਚੁੱਕੀ ਹੈ। ਤਾਂ ਅਸੀਂ ਲਿਖ ਸਕਦੇ ਹਾਂ ਕਿ ਇਸ ਲਈ ਪ੍ਰਾਪਤ ਚਤੁਰਭੁਜ ਜਾਂ ਜੋ ਸਾਡੇ ਕੋਲ ਹੁਣ ਇੱਕ ਕੋਆਰਡੀਨੇਟਰ ਬਣਿਆ ਹੈ DEAR ਉਹ ਸਾਡਾ ਕੀ ਹੈ ਲੋੜੀਂਦਾ या रिक्वायर्ड चतुर्भुज है। तो इस तरीके नाल ਅਸੀਂ कंस्ट्रक्शन कर ली। सो बच्चों साडा नेक्स्ट क्वेश्चन है कि ਅਸੀਂ एक चतुर्भुज ट्रू TRUE ਦੀ रचना करनी है जिथे साडी साइड जो है TRO कितनी है 7 सेंटीमीटर, RU 6 सेंटीमीटर, UE is equals to 8 सेंटीमीटर। ये साढ़े 3 साइड्स हैं जो दो एंगल्स हैं वो की हैं एंगल R is equal to 75 डिग्रीज एंड एंगल U is equal to 120 डिग्रीज। सो इस कोऑर्डिनेटर ਨੂੰ ਅਸੀਂ ਕੰਸਟਰਕਟ ਕਰਨਾ ਹੈ ਤਾਂ ਸਭ ਤੋਂ ਪਹਿਲਾਂ ਅਸੀਂ ਕੀ ਲਿਖਣਾ ਹੈ ਉਹਦੇ ਰਚਨਾ ਦੇ ਭਾਗ ਲਿਖਣੇ ਹੈ। तो ਸਾਡਾ जो फर्स्ट स्टेप ऑफ कंस्ट्रक्शन है वो की है कि ਅਸੀਂ ਇੱਕ ਰਫ ਚਤੁਰਭੁਜ जो है वो बनाना है। ਤਾਂ ਅਸੀਂ ਇੱਕ ਰਫ ਚਤੁਰਭੁਜ ਬਣਾਵਾਂਗੇ, ਅਸੀਂ ਇੱਕ ਰਫ ਡਾਇਗਰਾਮ ਇਹਦੀ ਬਣਾਵਾਂਗੇ ਅਤੇ ਉਹਦੇ ਤੇ
ਦਿੱਤੇ ਮਾਪ ਜੋ ਹੈ ਉਹ ਅਸੀਂ ਲਿਖ ਦੇਣੇ हैं। ਤਾਂ ਅਸੀਂ ਹੁਣ ਪਹਿਲਾਂ ਪੈਨਸਿਲ ਔਰ ਸਕੇਲ ਦੀ ਹੈਲਪ ਨਾਲ ਜੋ ਹੈ ਉਹ मैं चौक की हेल्प नाल ते तुसी पेंसिल और स्केल की हेल्प नाल ड्रॉ करो। असी एक कोई भी क्वाड्रिलेटरल फोर साइडेड फिगर क्लोज फिगर असी बना लेनी है, ठीक है जी। ते असी उहदे ते जो भी साडे मेजर्स गिवन है वो असी लिख देने हन। तां इत्थे देखो मैं ले लिया अपनी ये फोर साइडेड फिगर ते मैं इहदे जिहड़े फोर वर्टिसेस है उन्होंने मैं नाम देता है TURE। सो दिस इज माय क्वाड्रिलेटरल ट्रू। हुण मैं इहदे दित्ते माप जो है वो लिख देने हैं। TR इज इक्वल्स टू 7 सेंटीमीटर, RU इज इक्वल्स टू 6 सेंटीमीटर, UE इज इक्वल्स टू 8 सेंटीमीटर और जो मेरे दो एंगल्स गिवन है वो मैं की लिख देने एंगल R इज इक्वल्स टू 75 डिग्रीज एंड एंगल U इज इक्वल्स टू 120 डिग्रीज। सो जो मेरे 5 मेजर सी वो मैं हुण इहदे ते लिख दित्ते हन। सो जो नेक्स्ट स्टेप जो मेरा होएगा ਉਹ ਕੀ ਹੋਏਗਾ ਕਿ ਮੈਂ ਫੁੱਟੇ ਦੀ ਸਹਾਇਤਾ ਨਾਲ ਵਿਦ ਦ ਹੈਲਪ ਆਫ ਸਕੇਲ, ਜਿਵੇਂ ਅਸੀਂ ਪਹਿਲਾਂ ਕਰਿਆ ਸੀਗਾ ਕਿ ਅਸੀਂ ਕੋਈ ਵੀ ਇੱਕ ਸਾਈਡ ਜੋ ਹੈ ਐਜ਼ ਅ ਬੇਸ ਲੈਣੀ ਹੈ ਤੇ ਅਸੀਂ ਪਹਿਲਾਂ ਉਹਨੂੰ ਕੰਸਟਰਕਟ ਕਰਾਂਗੇ। ਤਾਂ ਮੈਂ ਜੋ ਹੈ ਭੁਜਾ RU is equals to 6 सेंटीमीटर जो है ਉਹ मैं कंस्ट्रक्ट करूंगी। ਤਾਂ मैं ਹੁਣ इस स्टेप के अकॉर्डिंग जो है RU is equals to कितने सेंटीमीटर ले लिया है। देखो मैं ਹੁਣ ਇੱਥੇ इस स्टेप के अकॉर्डिंग RU is equals to 6 सेंटीमीटर ले लिया है। So my RU is equals to 6 सेंटीमीटर है। ਹੁਣ ਜੋ ਮੈਂ ਨੈਕਸਟ ਸਟੈਪ ਆਫ ਕੰਸਟਰਕਸ਼ਨ ਆਪਣਾ ਲਿਖਣਾ ਹੈ ਉਹ ਕੀ ਹੈ, ਜਿਵੇਂ ਅਸੀਂ ਪਹਿਲਾਂ ਵੀ ਕੀਤਾ ਹੈ ਕਿ ਅਸੀਂ ਜਿਹੜੇ ਸਾਡੇ ਦੋ ਪੁਆਇੰਟ ਸਾਨੂੰ ਮਿਲੇ ਹਨ R ਐਂਡ U, ਤਾਂ ਅਸੀਂ ਇਹਦੇ ਵਿੱਚੋਂ ਇੱਕ ਪੁਆਇੰਟ R ਲੈਣਾ ਹੈ ਤੇ ਉਸ ਉੱਤੇ ਅਸੀਂ D ਦੀ ਹੈਲਪ ਨਾਲ, ਪ੍ਰੋਟੈਕਟਰ ਦੀ ਹੈਲਪ ਨਾਲ, ਕੋਣ ਮਾਪਕ ਦੀ ਸਹਾਇਤਾ ਨਾਲ ਜੋ ਹੈ ਅਸੀਂ ਇੱਕ ਐਂਗਲ ਕੰਸਟਰਕਟ ਕਰਨਾ ਹੈ ਜਿਸ ਨੂੰ ਅਸੀਂ ਨਾਮ ਦੇ ਦਾਂਗੇ कि एंगल XRU is equals to 75 डिग्रीज ਅਸੀਂ ਕੰਸਟਰਕਟ ਕਰਨਾ ਹੈ। ਅਤੇ ਇਸੇ ਤਰ੍ਹਾਂ ਅਸੀਂ ਇੱਕ ਹੋਰ ਐਂਗਲ ਕੰਸਟਰਕਟ ਕਰਨਾ ਹੈ, ਕਿਹੜਾ ਬਿੰਦੂ U ਤੇ ਕੰਸਟਰਕਟ ਕਰਾਂਗੇ। ਕਿਹੜਾ ਐਂਗਲ ਬਣਾਵਾਂਗੇ RUY is equals to 120 डिग्रीज। ਤਾਂ ਅਸੀਂ ਹੁਣ ਇਹ ਦੋ ਐਂਗਲਸ ਆਪਣੀ ਪ੍ਰੋਟੈਕਟਰ ਦੀ ਹੈਲਪ ਨਾਲ ਬਣਾਉਂਦੇ ਹਾਂ। ਤਾਂ ਦੇਖੋ ਇੱਥੇ ਮੈਂ ਪ੍ਰੋਟੈਕਟਰ ਲਈ ਹੈ ਤੇ ਵਿਦ ਦ ਹੈਲਪ ਆਫ ਪ੍ਰੋਟੈਕਟਰ ਜਿਵੇਂ ਅਸੀਂ ਪਹਿਲਾਂ ਕੰਸਟਰਕਟ ਕਰ ਚੁੱਕੇ ਹਾਂ ਕਿ ਅਸੀਂ ਪੁਆਇੰਟ R ਤੇ ਆਪਣੀ ਪ੍ਰੋਟੈਕਟਰ ਰੱਖੀਏ ਤੇ ਇਸ RU ਨੂੰ ਕੋਇਨਸਾਈਡ ਕਰਤਾ ਹੈ 0 ਨਾਲ। ਸੋ ਮਾਈ 75 डिग्री एंगल इज कितने है, देखो ये दिस इज ओवर हियर ए स्केल ਦੇ ਅਕੋਰਡਿੰਗ दिस इज माई 75 डिग्री एंगल। तो मैं हुण स्केल ना जो है पॉइंट R और जो मेरा नया पॉइंट ऑब्टेन होया है मैं ना दोनों नू मिला देना। सो दिस इज माई एंगल XRU is equals to 75 degrees। Now the next angle that I have to make is जो मैं बनाना है वो की है कि मैं U दे ऊपर अपनी जो है प्रोटेक्टर रखूंगी और मैं कोइंसाइड करूंगी RU नु विद 0 एंड मैं 120 डिग्रीज एंगल बनाना है। ऊपर वाला स्केल देखेंगे तो दिस इज माय 120 डिग्रीज एंगल। सो मैं हुण पेंसिल और स्केल नाल जो साडा पॉइंट ऑब्टेन होया 120 डिग्री एंगल दा उसनु मैं U नाल जॉइन कर देना। सो दिस इज माय एंगल RUY is equals to 120 डिग्रीज। तो तुसी देखो कि ਅਸੀਂ ਇੱਥੇ ਦੋ एंगल्स जो है विद द हेल्प ऑफ प्रोटेक्टर ਅਸੀਂ ड्रॉ कर ਲਏ ਹਨ। सो लास्ट ਹੁਣ ਸਾਡੇ ਦੋ मेजर्स रह गए हैं ਤੇ ਅਸੀਂ ਉਹ ਦੋ मेजर जो है ਉਹਦੇ ਤੇ ਕੰਸਟਰਕਟ ਕਰਨੇ हैं। सो ਹੁਣ ਲਾਸਟ ਸਾਡੇ ਕੋਲ ਦੋ मेजर्स रह गए हैं ਤੇ ਅਸੀਂ ਉਹ ਦੋ मेजर ਦੇ ਦਿੱਤੇ ਕੰਸਟਰਕਟ ਕਰਨੇ ਹਨ। सो ਹੁਣ ਸਾਡੇ ਲਾਸਟ टू मेजर्स जो है ਉਹਦੇ ਤੇ ਰਹਿ ਗਏ हैं ਕਿਹੜੇ 7 सेंटीमीटर एंड 8 सेंटीमीटर ਉਹ ਅਸੀਂ ਇਹਦੇ ਤੇ ਕੰਸਟਰਕਟ ਕਰਨੇ हैं। सो ਉਹਦੇ ਲਈ ਹੁਣ ਅਸੀਂ जो है अपना नेक्स्ट स्टेप ऑफ कंस्ट्रक्शन लिखांगे दैट इज जो भी ਤੁਹਾਨੂੰ ਪਤਾ ਹੀ ਹੈ ਕਿ ਅਸੀਂ ਕੀ ਲੈਣਾ ਹੈ। जो ਸਾਡੇ ਕੋਲ ਦੋ ਪੁਆਇੰਟ ਸੀਗੇ R ਐਂਡ U ਉਹਦੇ ਵਿੱਚੋਂ R ਨੂੰ ਅਸੀਂ ਕੀ ਮੰਨਣਾ ਹੈ ਕੇਂਦਰ ਐਜ਼ ਅ ਸੈਂਟਰ ਲੈਣਾ ਹੈ। ਕੇਂਦਰ ਮੰਨ ਕੇ ਅਸੀਂ ਇੱਕ ਆਰਕ ਲਗਾਣੀ ਹੈ ਕਿੰਨੇ सेंटीमीटर ਦੀ 7 सेंटीमीटर ਦੀ ਅਸੀਂ ਇੱਕ ਚਾਪ लगावांगे आर्क
कि किरण, क्योंकि साडे कोल पॉइंट आर चो केड़ी रे है जा रही है वो है आर एक्स, जो कि किरण आर एक्स नू बिंदु किदे ते कटदी है टी उत्ते कटदी है। सो हुण असी इत्थे जो है इक्के ले लिया, तो इसी तरह असी जो है नेक्स्ट जो की करना है कि असी पॉइंट जो बिंदु साडा हैगा यू ओनू लेना एज अ सेंटर। इसी तरह बिंदु यू उत्ते कितने सेंटीमीटर दी 8 सेंटीमीटर दी चाप जो है असी लगानी है, जो कि किनू जो किरण साडी यू वाई है, जो कि किरण यू वाई नू बिंदु किदे ते कटदी है बिंदु ई उत्ते कटदी है। तो इस तरीके नाल असी 2 आर्क्स लगा देनियां हन। सो इस स्टेप के अकॉर्डिंग असी हुण आर्क्स लगाने हैं। सानू पता है कि आर्क लगाने लई असी की यूज करते हैं, असी अपनी कंपास यूज करांगे। सो फर्स्ट जो आर्क असी लगानी है वो कितनी है 7 सेंटीमीटर दी, और वो केड़े पॉइंट तो लगानी है असी आर तो, जो आर्क लगाती है एंड दिस पॉइंट जो मार्क करांगे उसमें मैं हो जाएगा मेरा पॉइंट टी। और नेक्स्ट असी जिहड़ी है पॉइंट यू तो लगानी आर। सो मैं इत्थे स्केल दे ऊपर जो है 8 सेंटीमीटर इसनू वाइड ओपन कर लिया अपनी कंपास नू, एंड यू दे ऊपर असी एक रख के अपनी कंपास ते असी एक आर्क लगावांगे, जो कि यू वाई नू पॉइंट किदे ते कटेगी ई दे उत्ते कटेगी। सो जो साडे 2 पॉइंट्स ऑब्टेन हुए ने टी एंड ई, दिस इज एट 7 सेंटीमीटर और ये है 8 सेंटीमीटर से। सो जो हम साडे पॉइंट्स ऑब्टेन हुए हैं टी अते ई, तां असीं की करांगे कि बिंदु टी अते ई नू मिलाओ। सो ज्वाइन कर देंगे असीं टी एंड ई नू। सो देखो मैं विद द हेल्प ऑफ स्केल जो है इन दोनों नू ज्वाइन करता है। सो एक मेरे को 4 साइडेड फिगर टी आर यू ई ऑब्टेन हो गई है, इसलिए मैं लिखूंगी कि प्राप्त चतुर्भुज जो साडे कोल आई है दैट इज टी आर यू ई, और साडी रिक्वायर्ड जो क्वाड्रिलेटरल है। सो इस तरीके नाल असी ये क्वाड्रिलेटरल कंस्ट्रक्ट कर लई है। तो बच्चों तुसी इत्थे देख सकते हो कि असी जो डिफरेंट मेजर्स ले हैं उहदे अकॉर्डिंग साडे कोल जिहड़े क्वाड्रिलेटरल्स कंस्ट्रक्ट होए हैं वो भी डिफरेंट हैं। सो तुसी भी इसी तरीके नाल डिफरेंट जो मेजर्स हैं वो लेके ते प्रैक्टिस कर सकते हो क्वाड्रिलेटरल्स कंस्ट्रक्ट करने। थैंक यू।